हेलो एवरीवन, वेलकम टू मेहनती बच्चे। सो आज आप डाटा इंटरप्रिटेशन ਦੇ ਕੁਝ ਕੁਐਸਚਨਸ ਦੇਖਾਂਗੇ। ओके सो स्टार्ट ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ ਰਿਗਾਰਡਿੰਗ ਡਾਟਾ ਇੰਟਰਪ੍ਰੀਟੇਸ਼ਨ। ਇਹਦੇ ਵਿੱਚ ਤੁਹਾਨੂੰ ਪਾਈ ਚਾਰਟ ਨਜ਼ਰ ਆ ਰਿਹਾ ਹੈ, ਠੀਕ ਹੈ। ਸੋ ਪਾਈ ਚਾਰਟ ਦੇ ਵਿੱਚ ਨਾ ਜਨਰਲੀ ਦੋ ਤਰ੍ਹਾਂ ਦੇ ਕੁਐਸਚਨ ਆਉਂਦੇ ਆ, ਇੱਕ ਤਾਂ ਤੁਹਾਨੂੰ ਪਰਸੈਂਟੇਜ ਦਿੱਤੀ ਹੁੰਦੀ ਹੈ ਤੇ ਇੱਕ ਤੁਹਾਨੂੰ ਡਿਗਰੀ ਦਿੱਤੀ ਹੁੰਦੀ ਹੈ। ਸੋ ਆਪਾਂ ਦੋਨੋਂ ਤਰ੍ਹਾਂ ਦੇ ਕੁਐਸਚਨਸ ਦੇਖਾਂਗੇ। ਅਗਰ ਕੋਈ ਹੋਰ ਵੀ ਕੁਐਸਚਨ ਆ ਜਾਏ ਤਾਂ ਤੁਹਾਨੂੰ ਉਹਨੂੰ ਐਵੇਂ ਹੀ ਸੋਲਵ ਕਰਨਾ ਹੈ ਪੇਪਰ 'ਚ। ਓਕੇ, ਤੁਹਾਨੂੰ ਇੱਕ ਚੀਜ਼ ਮੈਂ ਦੱਸੀ ਸੀ परसेंटेज चैप्टर ਦੇ ਵਿੱਚ ਕਿ ਅਗਰ ਆਪਣੇ ਕੋਲ परसेंटेज ਦਿੱਤੀ ਹੁੰਦੀ ਹੈ ਤਾਂ ਟੋਟਲ ਜਿਹੜੀ ਚੀਜ਼ ਹੁੰਦੀ ਹੈ ਉਹ 100 ਤੋਂ ਆਪਾਂ ਕੱਢਦੇ ਹੁੰਨੇ ਆ। ਸੋ ਹੁਣ ਇਹਦੇ ਵਿੱਚ ਦੇਖੋ ਆਪਣੇ ਕੋਲ ਇੱਥੇ परसेंट ਆਫ ਮਨੀ ਦਿੱਤੀ ਹੋਈ ਹੈ ਕਿ ਕੋਈ ਫੈਮਿਲੀ ਕਿੰਨੀ ਸਪੈਂਡ ਕਰਦੀ ਹੈ ਆਈਟਮਸ ਦੇ 1998 ਦੇ ਵਿੱਚ। ਉਹਨਾਂ ਨੇ ਕੀ ਪੁੱਛਿਆ ਹੋਇਆ, टोटल अमाउंट स्पेंड ड्यूरिंग द ईयर 1998 वाज 46,000 कि टोटल मनी ਜਿਹੜੀ स्पेंड ਹੋਈ ਹੈ 1998 ਚ ਉਹ ਕਿੰਨੀ ਹੈ 46,000 ਹੈ। ਤਾਂ ਦੱਸੋ ਕਿੰਨੀ ਫੂਡ ਦੇ ਉੱਪਰ ਸਪੈਂਡ ਹੋਈ। ਹੁਣ ਤੁਸੀਂ ਕੀ ਕਰਨਾ ਹੈ, ਪਾਈ ਚਾਰਟ ਦੇ ਵਿੱਚ ਪਹਿਲਾਂ ਫੂਡ ਨੂੰ ਲੱਭੋ। ਸੋ ਫੂਡ ਹੈ, ਫੂਡ ਦੇ ਉੱਪਰ ਕਿੰਨੀ ਹੋਈ 23%। ਸੋ ਯਾਨੀ ਕਿ ਇੱਥੇ ਆਪਾਂ ਕੀ ਲਿਖਾਂਗੇ ਕਿ ਫੂਡ ਦੇ ਉੱਪਰ 23% ਕੱਢਾਂਗੇ ਕਿਹਦਾ, ਜਿਹੜੀ ਆਪਣੇ ਕੋਲ ਟੋਟਲ ਦਿੱਤੀ ਹੋਈ ਹੈ 46,000 ਦਾ। ਓਕੇ, ਸੋ ਇਹਦੇ ਨਾਲ ਇਹਨੂੰ ਕੈਂਸਲ ਕਰ ਦੋ ਤਾਂ ਇੱਥੇ ਆਪਣੇ ਕੋਲ ਕਿੰਨਾ ਬਣਿਆ। ਸੋ ਇਹ ਕਿਹਦੇ ਇਕੁਅਲ ਆਊਗਾ 10580 ਦੇ। ਓਕੇ, ਉਹ ਤੋਂ ਬਾਅਦ ਨੈਕਸਟ ਹੈ, ਅਗਰ ਟੋਟਲ ਅਮਾਉਂਟ ਸਪੈਂਡ ਇੰਨੀ ਹੋਈ ਹੈ ਤਾਂ ਦੱਸੋ ਕਲੋਥਿੰਗ ਤੇ ਹਾਊਸਿੰਗ ਤੇ ਕਿੰਨਾ ਸਪੈਂਡ ਹੋਇਆ ਇਕੱਠੇ। ਸੋ ਟੋਟਲ ਕਿੰਨਾ ਹੈ 46,000, ਠੀਕ ਹੈ। ਹੁਣ ਕਲੋਥਿੰਗ ਦੇ ਉੱਪਰ ਦੇਖੋ ਕਿੰਨਾ ਹੋਇਆ 10% ਹੋਇਆ ਤੇ ਹਾਊਸਿੰਗ ਦੇ ਉੱਪਰ ਕਿੰਨਾ ਹੋਇਆ 15। ਸੋ ਆਪਾਂ ਇਹਨੂੰ ਪਲੱਸ ਕਰ ਦਾਂਗੇ 10 + 15 ਯਾਨੀ ਕਿ 25%। ਸੋ ਹੁਣ ਆਪਾਂ ਇਹਦਾ 25% ਲਵਾਂਗੇ ਕਿਉਂਕਿ ਆਪਾਂ ਨੇ ਦੋਨਾਂ ਦਾ ਕੱਢਣਾ ਨਾ। ਸੋ ਇੱਥੇ ਉਹਨੂੰ ਮਲਟੀਪਲਾਈ ਕਰੋਗੇ ਤਾਂ ਕਿੰਨਾ ਹੋਊਗਾ 11500। रेशियो ऑफ टोटल अमाउंट ऑफ मनी स्पेंट ऑन हाउसिंग टू दैट ऑन एजुकेशन। सो हाउसिंग ते एजुकेशन किन्नी स्पेंट होई ओदा रेशियो दसो। हाउसिंग ते हो रही है 15%, ठीक है, ते एजुकेशन ते हो रही है 12%। सो हुण इहनूं एवें लिख सकदे यानी कि 15% इंटू 46,000 डिवाइड बाय एजुकेशन ਤੇ ਹੋ ਰਹੀ ਹੈ 12, ਠੀਕ ਹੈ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇਹ ਦੋਨੋਂ ਤਾਂ ਸੇਮ ਹੈ, ਇਹ ਵੀ ਸੇਮ ਹੈ। ਸੋ ਸਿੱਧਾ ਤੁਸੀਂ ਇੱਥੇ 15/12 ਦੀ ਰੇਸ਼ੋ ਵੀ ਕੱਢ ਸਕਦੇ ਹੋ। ਇਹ ਤੁਹਾਨੂੰ ਦਿਖਾਉਣ ਦੇ ਲਈ ਮੈਂ ਐਵੇਂ ਕੀਤਾ। ਸੋ 3 5 ਦਾ 15, 3 4 ਦਾ 12। ਸੋ ਰੇਸ਼ੋ ਕਿੰਨੀ ਹੈ 5/4, ਠੀਕ ਹੈ। ਇੱਥੇ ਦੇਖੋ ਆਪਣੇ ਕੋਲ 5/4 ਕਿਉਂ ਆਇਆ, ਕਿਉਂਕਿ ਉਹਨੇ ਕਿਹਾ ਰੇਸ਼ੋ ਦੱਸੋ ਹਾਊਸਿੰਗ ਟੂ ਐਜੂਕੇਸ਼ਨ। ਅਗਰ ਐਜੂਕੇਸ਼ਨ ਟੂ ਹਾਊਸਿੰਗ ਹੁੰਦਾ ਫਿਰ 4/5 ਆਣੀ ਸੀ। ਇਹ ਚੀਜ਼ ਦਾ ਧਿਆਨ ਰੱਖਿਓ। ਉਹ ਤੋਂ ਬਾਅਦ ਨੈਕਸਟ ਹੈ ग्राफ शोज दैट मैक्सिमम अमाउंट वाज स्पेंट ऑन। अगर आप ग्राफ के अकॉर्डिंग देखिए तो मैक्सिमम स्पेंट किते हुए है अमाउंट। फूड ते कितनी हुई है 23, हाउसिंग ते कितनी हुई है 15, क्लोथिंग ते कितनी हुई है 10 ते अदर्स ते कितनी हुई है 20। सो सब तो बाद किन्ने परसेंटेज फूड का है ना। सो आंसर क्या होगा ए। उस तो बाद नैक्सट टोटल एक्सपेंडिचर फैमिली का इन्ना है ਤਾਂ ਦੱਸੋ ਫੈਮਿਲੀ ਨੇ ਸੇਵ ਕਿੰਨਾ ਕੀਤਾ। ਹੁਣ ਸੇਵਿੰਗ ਲੱਭੋ ਕਿੱਥੇ ਦਿੱਤੀ ਹੋਈ ਹੈ, ਆ ਦਿੱਤੀ ਹੋਈ ਹੈ 15% ਦੀ। ਸੋ ਸੇਵਿੰਗ ਕਿੰਨੀ ਹੋਈ 46,000 ਇੰਟੂ 15% ਕਰ ਲਓ ਇਹਦਾ। ਸੋ ਯਾਨੀ ਕਿ ਸੇਵਿੰਗ ਕਿੰਨੀ ਆਈ ਆਪਣੇ ਕੋਲ 6900। ਉਹ ਤੋਂ ਬਾਅਦ ਥਰਡ ਹੈ, ਠੀਕ ਹੈ। ਨੈਕਸਟ ਹੈ, ਹੁਣ ਇਹ ਸੈਕਿੰਡ ਟਾਈਪ ਦਾ ਕੁਐਸਚਨ ਹੈ। ਇਹਦੇ ਵਿੱਚ ਪਾਈ ਚਾਰਟ ਦਿੱਤਾ ਹੋਇਆ ਜਿਹਦੇ ਵਿੱਚ ਆਪਣੇ ਕੋਲ ਸਟੂਡੈਂਟਸ ਦੇ ਕਿੰਨੇ ਮਾਰਕਸ ਆਏ ਐਗਜ਼ਾਮ ਦੇ ਵਿੱਚ ਉਹ ਦਿੱਤੇ ਹੋਏ ਆ। ਕਹਿੰਦਾ ਅਗਰ ਟੋਟਲ ਮਾਰਕਸ ਆਬਟੇਨ ਜਿਹੜੇ ਕੀਤੇ ਆ ਸਟੂਡੈਂਟ ਨੇ ਉਹ 540 ਨੇ ਤਾਂ ਦੱਸੋ ਕਿ ਉਹਦੇ ਕਿਹੜੇ ਸਬਜੈਕਟ 'ਚ ਕਿੰਨਾ ਹੈ। ਯਾਨੀ ਕਿ ਹੁਣ ਦੇਖੋ ਅਗਰ ਆਪਣੇ ਕੋਲ ਐਵੇਂ ਪੂਰਾ ਰਾਉਂਡ ਹੁੰਦਾ ਹੈ ਤਾਂ ਜਿਹੜਾ ਸਰਕਲ ਹੁੰਦਾ ਹੈ ਉਹਦੇ ਵਿੱਚ ਕਿੰਨਾ ਬਣਦਾ ਹੁੰਦਾ 360 ਡਿਗਰੀਜ਼ ਬਣਦਾ ਹੁੰਦਾ ਹੈ ਨਾ। ਆਪਾਂ ਨੂੰ ਪਤਾ ਹੈ ਕਿ ਜਿਵੇਂ ਆਹ 90 ਡਿਗਰੀ ਹੋ ਗਿਆ, ਅਗਰ ਮੈਂ ਇੱਧਰ ਵੀ ਡਰਾ ਕਰ ਲਾਂ ਇਹ ਕਿੰਨਾ ਹੋ ਗਿਆ 180, ਠੀਕ ਹੈ। ਹੁਣ ਅਗਰ ਮੈਂ ਇਹਨੂੰ ਵੀ ਲੈ ਲਾਂ ਤਾਂ ਕਿੰਨਾ ਹੋ ਗਿਆ 270 ਆ ਪੂਰਾ, ਤੇ ਇਹਨੂੰ ਇਹ ਲੈ ਲਾਂ ਤਾਂ ਕਿੰਨਾ ਹੋ ਗਿਆ 360। 90 ਦਾ ਹੁੰਦਾ ਨਾ 90 ਡਿਗਰੀ ਦਾ। ਸੋ ਹੁਣ ਅਗਰ ਮੈਂ ਇੱਥੇ ਸਰਕਲ ਡਰਾ ਕਰਦਾ ਤਾਂ ਕਿੰਨਾ 360 ਹੋ ਗਿਆ। ਸੋ ਇਹ ਚੀਜ਼ ਹੈ। ਹੁਣ ਉਹਨੇ ਕਿਹਾ ਕਿ ਟੋਟਲ ਮਾਰਕਸ ਆਪਣੇ ਕੋਲ ਇੱਥੇ ਕਿੰਨੇ ਦਿੱਤੇ ਹੋਏ 550, ਯਾਨੀ ਕਿ ਜਿਹੜਾ ਇੱਥੇ ਆਪਣੇ ਕੋਲ 360 ਡਿਗਰੀ ਹੈ ਉਹ ਕਿਹਦੇ ਇਕੁਅਲ ਹੈ 540 ਮਾਰਕਸ ਦੇ। ਹੁਣ ਉਹਨੇ ਕਿਹਾ ਕਿਹੜੇ ਸਬਜੈਕਟ ਸਟੂਡੈਂਟ ਨੇ 105 ਮਾਰਕਸ ਆਬਟੇਨ ਕੀਤੇ ਆ। ਹੁਣ ਆਪਾਂ ਨੇ ਕੱਢਣਾ ਕਿ 105 ਮਾਰਕਸ ਕਿੰਨੇ ਚ ਆਬਟੇਨ ਕੀਤੇ। देखो हुण ये किवें कड्डांगे, आपां नूं पता है कि जिहड़े 540 मार्क्स हैं वो किहदे इक्वल है 360 डिग्रीज दे, ठीक है। हुण अपने कोल डिग्रीज च दित्ता है तो अपने कोल डिग्रीज आनी चाहिए है। सो हुण उन्होंने कहा 105 मार्क्स यानी कि 1 मार्क जिहड़ा है वो किहदे इक्वल होगा 360 डिग्री डिवाइड बाय 540 ते 105 मार्क्स हैं जिहड़े वो किहदे इक्वल होणगे 360 इंटू 540 इंटू 105।
ओके जो तुसीं इहनूं सॉल्व करोगे 70 डिग्री आ जाऊगा। हुण देखो 70 डिग्री किहदा हिंदी दा, सो आंसर आया 4th। नैक्सट क्वेश्चन देखो, सेंट्रल एंगल कोरसपोंडिंग टू साइंस, साइंस नाल केड़ा एंगल कोरसपोंडिंग है। हुण इहनूं किवें कड्डांगे, आपां नूं पता टोटल एंगल किन्ना 360, सो टोटल दे विचों आपां 65 प्लस 90 प्लस 55 प्लस 70 नूं माइनस कर दांगे। सो 360 चों माइनस करांगे किन्ना 65 प्लस 90 प्लस 55 प्लस 70, सो अपने कोल किन्ना आ जाऊगा 360 माइनस 280, दैट इज 80 डिग्री आंसर आया। नेक्स्ट, हाउ मैनी मोर मार्क्स वर ऑब्टेन बाय स्टूडेंट्स इन मैथ्स दैन दोज इन हिंदी। किन्ने मार्क्स मैथ्स च ज़्यादा आए हैं हिंदी नालों। तो सब तो पहला मैथ्स से किन्ने डिग्री है 90 डिग्री, उस आप माइनस करांगे किहदा हिंदी का 70 डिग्री। ठीक है, सो 90 माइनस 70 डिग्री 20 डिग्री आ गया, जिहड़ा 20 डिग्री यही डिफरेंस है। सो उन्हें किवें कड्डांगे, आपां नूं पता है कि जिहड़े 360 डिग्री है वो किहदे इक्वल है 540 दे। सो 20 डिग्री किहदे इक्वल होगा 540 डिवाइड बाय 360 इंटू 20, सो कितना आ गया 30। नेक्स्ट, हाउ मैनी मार्क्स वर ऑब्टेन बाय स्टूडेंट इन साइंस, साइंस च किन्ने मार्क्स आए हैं। साइंस च आपां ने डिग्री कड्ढी सी ना 80 डिग्री कड्ढी सी पिछले क्वेश्चन च। सो साइंस च मार्क्स किन्ने आएंगे, किवें कड्डांगे 360 डिग्रीज 540 मार्क्स से इक्वल है, तो 80 डिग्रीज किहदे इक्वल होगी 540 डिवाइड बाय 360 इंटू 80। सो इत्थे अपने कोल कितना आंसर आ जाऊगा 120, दैट इज बी। नैक्सट, हुण अपने कोल इहदे विच दो अलग अलग ग्राफ्स दिते हुए ने, ठीक है, उहदे बेसिस ते आपां ने आंसर देना है। सो इहदे विच बेसिकली अपने कोल की दिता होया प्रोडक्शन दिती हुई है 2 टाइप्स ऑफ व्हीकल्स दी पी ते क्यू बाय अ फैक्ट्री ओवर ईयर 2009 कि 2009 दे विच एक फैक्ट्री ने टाइप पी ते टाइप क्यू जिहड़े व्हीकल्स हैं ओहदी अपने कोल दिती हुई है कि 2009 तो लैके 2014 तक उन्हें किवें किवें प्रोड्यूस किया, मतलब टाइप पी दे व्हीकल्स किन्ने बनाए, टाइप क्यू दे किन्ने बनाए, ये डाटा दिता होया। हुण देखो ਇਹਦੇ ਵਿੱਚ ਆਪਣੇ ਕੋਲ ਜਿਹੜਾ ਆਹ ਵਾਲਾ ਦਿੱਤਾ ਹੋਇਆ ਨੰਬਰਸ, ਇਹ ਦਿੱਤੇ ਹੋਇਆ ਨੰਬਰ ਆਫ ਵਹੀਕਲਸ, ਨੀਚੇ ਦਿੱਤਾ ਹੋਇਆ ਈਅਰ। ਹੁਣ ਉਹਨੇ ਕਿਹਾ ਹਾਊ ਮੈਨੀ of given year was production of type P vehicles of the company more than average production of this type of vehicle in the given year। ਕਹਿੰਦਾ ਕਿੰਨੇ ਐਸੇ ਈਅਰਸ ਹੈ ਜਿਹਦੇ ਵਿੱਚ ਜਿਹੜੀ ਟਾਈਪ P ਵਹੀਕਲ ਦੀ ਪ੍ਰੋਡਕਸ਼ਨ ਹੈ ਉਹ ਜ਼ਿਆਦਾ ਹੈ ਅਗਰ ਆਪਾਂ ਉਹਨਾਂ ਦੀ ਐਵਰੇਜ ਲੈ ਲਈਏ। ਸੋ ਐਵਰੇਜ ਵੀ ਹੁਣ ਆਪਾਂ ਪੜ੍ਹ ਚੁੱਕੇ। ਸਭ ਤੋਂ ਪਹਿਲਾਂ ਟਾਈਪ P ਦੇਖੋ ਕਿਹੜੀ ਹੈ, ਜਿਹੜੀ ਕ੍ਰਾਸ ਵਾਲੀ ਉਹ ਟਾਈਪ P ਹੈ ਤੇ ਜਿਹੜੀ ਡਾਟ ਵਾਲੀ ਉਹ Q ਹੈ। ਸੋ ਇਹਨੂੰ ਐ ਲਿਖ ਲਓ P ਤੇ Q ਤਾਂ ਕਿ ਕੋਈ ਕਨਫਿਊਜ਼ਨ ਨਾ ਹੋਵੇ। ਸੋ ਹੁਣ ਐਵਰੇਜ ਕਿਵੇਂ ਕੱਢਾਂਗੇ, ਦੇਖੋ ਜਿਹੜੇ क्रॉस वाले सारी टर्म्स ला लो। सो 100 प्लस 125 प्लस 200 प्लस 225 275 प्लस 275, ठीक है। तो टोटल नंबर ऑफ ईयर्स कितने 1 2 3 4 5 सॉरी 5 6, ठीक है। सो 6 हो गए। सो जो तुम इनू ऐड करोगे हो जाऊगा 1200 डिवाइड बाय 6, दैट इज 200,000 आंसर आऊगा, ठीक है, क्योंकि जो नंबर ऑफ व्हीकल्स हैं थाउजेंड्स च अपने को। सो एवरेज ये आ गई, देखो 200 तो ज़्यादा किदे किदे विच है। सो सब तो पहली टर्म तो अपने को आ होगी, ठीक है, 2012 दे विच, दैन 275 होगी 13 च, दैन 275, यानी कि 3 ईयर ऐसे हैं। सो आंसर क्या होगा ए, ओके। और तो बाद नैक्सट है अप्रोक्सीमेट परसेंटेज दसो डिक्रीज इन प्रोडक्शन ऑफ टाइप क्यू व्हीकल फ्रॉम 10 टू 11 कि जो आप 2010 तो 2011 ਦੇ ਵਿੱਚ ਗਏ ਤਾਂ Q ਦਾ ਕਿੰਨਾ ਡਿਕਰੀਜ਼ ਹੋਇਆ, ਠੀਕ ਹੈ। ਹੁਣ ਦੇਖੋ 2010 ਦੇ ਵਿੱਚ ਕਿੰਨਾ ਸੀਗਾ, ਇੱਥੇ ਦੇਖੋ 150 ਤੇ 2011 ਦੇ ਵਿੱਚ ਕਿੰਨਾ 125। ਹੁਣ ਆਪਾਂ ਨੇ ਪਰਸੈਂਟੇਜ ਡਿਕਰੀਜ਼ ਕਰਨਾ, ਕਿਵੇਂ ਕੱਢਾਂਗੇ 150 ਮਾਈਨਸ 125 डिवाइड बाय बेस ईयर केड़ा अपना 150, ठीक है, इंटू 100। तो जो तुम इनू लिखोगे कितना आ गया 25 डिवाइड बाय 150 इंटू 100, सो दैट मीन्स 50 डिवाइड बाय 3, दैट इज अपने को आया 16.7%, ठीक है। सो बी आंसर आएगा। देन नेक्स्ट क्वेश्चन है टोटल प्रोडक्शन ऑफ टाइप पी व्हीकल्स इन द ईयर 2009 and 2011 is what percent of total production of type Q vehicles in 2010 and 2014। ਹੁਣ टाइप P ਦੇ देखो पहला टोटल प्रोडक्शन 2009 ਤੇ 11, 2009 ਚ P ਦੀ ਕਿੰਨੀ ਹੈ 100 प्लस 11 ਚ ਕਿੰਨੀ ਹੈ P ਦੀ 200, ਸੋ ਯਾਨੀ ਕਿ ਕਿੰਨਾ ਆ ਗਿਆ ਆਪਣੇ ਕੋਲ 300 ਆ ਗਿਆ, ठीक है। ਹੁਣ ਆਪਾਂ Q ਦੀ ਕੱਢਦੇ ਹਾਂ। Q ਦੀ 2010 ਚ ਕਿੰਨੀ ਹੈ 150,
ਤੇ Q ਦੀ 2014 ਚ ਕਿੰਨੀ ਹੈ 225। ਸੋ ਆਪਣੇ ਕੋਲ ਕਿੰਨਾ ਆ ਗਿਆ 375। ਠੀਕ ਹੈ। ਹੁਣ ਉਹਨੇ ਕੀ ਕਿਹਾ ਟੋਟਲ ਪ੍ਰੋਡਕਸ਼ਨ ਆਫ ਟਾਈਪ P ਵਹੀਕਲਸ ਇਨ ਈਅਰ 2009 ਐਂਡ 11 ਇਜ਼ what percent ਆਫ ਟੋਟਲ ਪ੍ਰੋਡਕਸ਼ਨ ਆਫ ਟਾਈਪ Q ਵਹੀਕਲ। ਜਿਹੜੇ ਟਾਈਪ P ਦੇ ਨੇ ਉਹ ਕਿੰਨੇ ਪਰਸੈਂਟ ਹੈ ਟਾਈਪ Q ਦੇ। ਠੀਕ ਹੈ। ਸੋ ਯਾਨੀ ਕਿ ਉਹਨੇ ਪੁੱਛਿਆ ਕਿ ਜਿਹੜੇ ਟਾਈਪ P ਦੇ ਹੈ ਉਹ ਸਪੋਜ਼ ਕਰੋ ਆਪਾਂ ਲੈ ਲੈਂਦੇ X% ਹੈ ਟਾਈਪ Q ਦੇ। ਸੋ ਟਾਈਪ P ਦੇ ਕਿੰਨੇ ਹੋਏ 300। ਠੀਕ ਹੈ। ਤੇ ਟਾਈਪ Q ਦੇ ਕਿੰਨੇ ਆ 375 into 100 is equal to X ਦੀ ਵੈਲਿਊ ਕੱਢਣੀ ਹੈ। ਸੋ X ਦੀ ਵੈਲਿਊ ਆ ਜਾਊਗੀ ਕਿੰਨੀ ਆਈ ਇੱਥੇ 80। ਸੋ ਆਨਸਰ ਆਇਆ C। then ratio of total production of type P vehicles to production of type Q vehicles over the year is ਟੋਟਲ ਪ੍ਰੋਡਕਸ਼ਨ ਦੱਸਣੀ ਹੈ ਟਾਈਪ P ਦੀ ਯਾਨੀ ਕਿ ਟਾਈਪ P ਨੂੰ ਆਪਾਂ ਪਲੱਸ ਕਰਾਂਗੇ ਪਹਿਲਾਂ ਸਾਰਿਆਂ ਨੂੰ। ਠੀਕ ਹੈ। ਟਾਈਪ P ਦਾ ਤਾਂ ਆਪਾਂ ਕਰ ਚੁੱਕੇ ਫਸਟ ਕੁਐਸਚਨ ਦੇ ਵਿੱਚ। ਸੋ ਟੋਟਲ ਕਿੰਨਾ ਆਇਆ ਸੀ ਆਪਣੇ ਕੋਲ 1200। ਤੇ ਟਾਈਪ Q ਦਾ ਕੱਢ ਲਓ ਹੁਣ ਟੋਟਲ ਕੱਢਣਾ ਹੈ। ਕਿਵੇਂ ਕੱਢਾਂਗੇ 175 plus 150 plus 125 175 175 plus 225। ठीक है। इस एवरेज ना ਕੱਢ ਦਿਓ ਟੋਟਲ ਕਰਨਾ ਹੈ। ਸੋ ਇਹਦਾ ਟੋਟਲ ਕਿੰਨਾ ਹੋਊਗਾ 1025। ਤੇ ਉਹਨੇ ਕੀ ਪੁੱਛਿਆ ਟਾਈਪ P ਦੀ ਰੇਸ਼ੋ ਕੱਢੋ ਟਾਈਪ Q ਨਾਲ। ਸੋ P ਕਿੰਨਾ 1200 ਇਹ ਕਿੰਨਾ 1025। ਸੋ ਅਗਰ ਇਹਨੂੰ ਸੋਲਵ ਕਰਾਂਗੇ ਕਿੰਨਾ ਆ ਜਾਊਗਾ 48:41। ਸੋ ਆਨਸਰ ਇਜ਼ A। ਦੈਨ ਨੈਕਸਟ ਕੁਐਸਚਨ ਹੈ ਪ੍ਰੋਡਕਸ਼ਨ ਦੱਸੋ ਟਾਈਪ Q ਵਹੀਕਲ ਦੀ ਇਨ 2010 ਜਿਹੜੀ ਹੈ ਉਹ ਕਿੰਨੇ ਪਰਸੈਂਟ ਹੈ ਟਾਈਪ P ਵਹੀਕਲਸ ਦੇ 2014 ਦੇ। ਮਤਲਬ ਟਾਈਪ Q ਦੀ ਦੱਸਣੀ ਹੈ ਵੀ ਉਹ ਕਿੰਨੇ ਪਰਸੈਂਟ ਹੈ ਜਿਵੇਂ X% ਲੈ ਲਓ ਆਫ ਟਾਈਪ P। ਠੀਕ ਹੈ। ਹੁਣ ਟਾਈਪ Q ਦੀ ਉਹਨੇ ਕਿੰਨੇ ਚ ਕਹੀ ਹੈ 2010 ਦੇ ਵਿੱਚ। ਟਾਈਪ Q 2010 ਚ ਕਿੰਨਾ ਸੀ 150 ਇਕੁਅਲਸ ਟੂ X% ਅਸਿਊਮ ਕੀਤਾ ਆਫ ਟਾਈਪ P ਹੈ ਜਿਹੜਾ 2014 ਚ ਕਿੰਨਾ 275। ਠੀਕ ਹੈ। ਸੋ ਇਹਨੂੰ ਆਪਾਂ ਕਿਵੇਂ ਲਿਖ ਸਕਦੇ 125 into 275 is equal to X divided by 100। ਸੋ 100 ਨੂੰ ਇੱਧਰ ਲਾਇਓ 150 275 into 100 is equal to X। ਸੋ X ਦੀ ਵੈਲਿਊ ਆਪਣੇ ਕੋਲ ਕਿੰਨੀ ਆ ਜਾਊਗੀ 54.5%। ਠੀਕ ਹੈ। ਉਹ ਤੋਂ ਬਾਅਦ ਹੁਣ ਨੈਕਸਟ ਟਾਈਪ ਦਾ ਕੁਐਸਚਨ ਹੈ ਇੱਥੇ ਆਪਣੇ ਕੋਲ ਬਾਰ ਗ੍ਰਾਫ ਦਿੱਤੇ ਹੋਏ ਹੈ। ਓਕੇ ਦੇਖੋ ਹੁਣ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਕੀ ਹੈ ਕਿ ਸਟੱਡੀ ਕਰੋ ਬਾਰ ਡਾਇਗਰਾਮ ਨੂੰ ਤੇ ਆਨਸਰ ਕਰੋ ਫੋਲੋਇੰਗ ਕੁਐਸਚਨਸ ਨੂੰ। ਇਹਦੇ ਵਿੱਚ ਬੇਸਿਕਲੀ ਆਪਣੇ ਕੋਲ ਡਿਫਰੈਂਟ ਕੰਟਰੀਜ਼ ਦਾ ਬਰਥ ਰੇਟ ਗਿਵਨ ਹੈ। ਠੀਕ ਹੈ। ਸੋ ਆਪਣੇ ਕੋਲ X ਐਕਸਿਸ ਤੇ ਕੰਟਰੀਜ਼ ਦਿੱਤੇ ਹੋਈਆਂ ਹੈ ਤੇ Y ਐਕਸਿਸ ਤੇ ਬਰਥ ਰੇਟ ਦਿੱਤੇ ਹੋਏ ਹੈ ਪਰ 1000 ਦੇ ਵਿੱਚ। ਠੀਕ ਹੈ। ਹੁਣ ਉਹਨੇ ਪੁੱਛਿਆ ਬਰਥ ਰੇਟ ਆਫ ਵਿਚ ਕੰਟਰੀ ਇਜ਼ 25% ਮੋਰ ਦੈਨ ਦੈਟ ਆਫ ਜਰਮਨੀ। ਐਸੀ ਕਿਹੜੀ ਕੰਟਰੀ ਹੈ ਜਿਹਦਾ ਬਰਥ ਰੇਟ 25% ਜ਼ਿਆਦਾ ਹੈ ਜਰਮਨੀ ਤੋਂ। ਹੁਣ ਦੇਖੋ ਸਭ ਤੋਂ ਪਹਿਲਾਂ ਜਰਮਨੀ ਦਾ ਕਿੰਨਾ 16 ਹੁਣ 25% ਤੋਂ ਜ਼ਿਆਦਾ ਹੈ। ਆਪਾਂ ਕਿਉਂ ਨਾ ਇਹਦਾ ਹੀ ਪਹਿਲਾਂ 25% ਕੱਢ ਲਈ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏ ਵੀ ਕਿੰਨੀ ਵੈਲਿਊ ਆਊਗੀ ਤੇ ਆਨਸਰ ਆ ਜਾਊ। ਸੋ 16 ਦਾ ਅਗਰ ਤੁਸੀਂ 25% ਕੱਢੋਗੇ ਤਾਂ ਕਿੰਨਾ ਆਊਗਾ 4 ਆਊਗਾ। ਸੋ 16 plus 4 ਯਾਨੀ ਕਿ 20। ਹੁਣ ਪੁੱਛਿਆ ਹੋਇਆ ਕਿ ਕਿਹੜੀ ਕੰਟਰੀ ਹੈ ਜਿਹਦਾ ਬਰਥ ਰੇਟ 25% ਜ਼ਿਆਦਾ ਹੈ ਜਰਮਨੀ ਤੋਂ। ਸੋ ਦੇਖੋ 20 ਕਿਸੇ ਦਾ ਹੈਗਾ ਇੰਗਲੈਂਡ ਦਾ। ਠੀਕ ਹੈ। ਸੋ ਇਹਦਾ ਆਨਸਰ ਕੀ ਆਊਗਾ ਇੰਗਲੈਂਡ ਯਾਨੀ ਕਿ ਆਪਸ਼ਨ ਨੰਬਰ 3। ਉਹ ਤੋਂ ਬਾਅਦ ਨੈਕਸਟ ਹੈ ਬਰਥ ਰੇਟ ਆਫ ਇੰਡੀਆ ਇਜ਼ what percent ਆਫ ਬਰਥ ਰੇਟ ਆਫ ਇੰਗਲੈਂਡ। ਬਰਥ ਰੇਟ ਹੈ ਜਿਹੜਾ ਇੰਡੀਆ ਦਾ ਉਹ ਅਗਰ ਆਪਾਂ ਲੈ ਲਈਏ ਕਿ X% ਹੈ ਟੂ ਬਰਥ ਰੇਟ ਆਫ ਇੰਗਲੈਂਡ। ਠੀਕ ਹੈ। ਹੁਣ ਇੰਡੀਆ ਦਾ ਬਰਥ ਰੇਟ ਦੇਖੋ ਕਿੰਨਾ ਹੈ 33 ਇਜ਼ ਇਕੁਅਲ ਟੂ X% ਲੈ ਲਓ। ਠੀਕ ਹੈ। ਆਫ ਇੰਗਲੈਂਡ ਦਾ ਕਿੰਨਾ ਹੈ 20 ਯਾਨੀ ਕਿ 33 ਡਿਵਾਈਡ ਬਾਈ 20 ਐਵੇਂ X% ਲੈਣ ਨਾਲ ਨਾ ਗਲਤੀ ਨਹੀਂ ਹੁੰਦੀ। ਠੀਕ ਹੈ। ਇੰਟੂ 100 ਇਜ਼ ਇਕੁਅਲ ਟੂ X। ਸੋ ਜੋ ਤੁਸੀਂ ਇਹਨੂੰ ਸੋਲਵ ਕਰੋਗੇ ਇੱਥੇ 5 ਤੇ ਗਿਆ। ਠੀਕ ਹੈ। 165 ਆ ਗਿਆ X ਦੀ ਵੈਲਿਊ। ਸੋ 165% ਕਿਉਂਕਿ X ਪਰਸੈਂਟੇਜ ਹੈ। ਦੈਨ ਨੈਕਸਟ ਕੁਐਸਚਨ ਹੈ ਬਰਥ ਰੇਟ ਆਫ ਚਾਈਨਾ ਇਜ਼ ਹਾਊ ਮੈਨੀ ਟਾਈਮਸ ਆਫ ਬਰਥ ਰੇਟ ਆਫ ਜਰਮਨੀ। ਚਾਈਨਾ ਦਾ ਜਿਹੜਾ ਬਰਥ ਰੇਟ ਹੈ ਉਹ ਕਿੰਨੇ ਟਾਈਮਸ ਹੈ X ਟਾਈਮਸ ਲੈ ਲਓ। ਠੀਕ ਹੈ। ਬਰਥ ਰੇਟ ਆਫ ਜਰਮਨੀ ਦੇ। ਸੋ ਚਾਈਨਾ ਦਾ ਬਰਥ ਰੇਟ ਕਿੰਨਾ ਆਪਣੇ ਕੋਲ 40 ਡਿਵਾਈਡ ਬਾਈ ਜਰਮਨੀ ਦਾ ਕਿੰਨਾ 16। ਸੋ ਇੱਥੇ ਆਪਣੇ ਕੋਲ ਕਿੰਨਾ ਆ ਜਾਊਗਾ X ਦੀ ਵੈਲਿਊ ਆ ਜਾਊਗੀ 2.5। ਆਨਸਰ ਇਜ਼ D। ਨੈਕਸਟ ਕੁਐਸਚਨ ਹੈ ਰੇਸ਼ੋ ਆਫ ਬਰਥ ਰੇਟ ਆਫ ਇੰਡੀਆ ਟੂ ਦੈਟ ਆਫ ਸਵੀਡਨ। ਸੋ ਬਰਥ ਰੇਟ ਇੰਡੀਆ ਦਾ ਟੂ ਦੈਟ ਆਫ ਬਰਥ ਰੇਟ ਆਫ ਸਵੀਡਨ ਸਿੰਪਲ ਰੇਸ਼ੋ ਲੈਣੀ ਹੈ। ਸੋ ਇੰਡੀਆ ਦਾ ਕਿੰਨਾ 33 ਸਵੀਡਨ ਦਾ ਕਿੰਨਾ 15। ਸੋ ਕਿੰਨਾ ਹੋਊਗਾ 11/5। ਸੋ 2 ਆਪਸ਼ਨ ਆ ਗਿਆ। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ ਹਾਊ ਮਚ % ਇਜ਼ ਬਰਥ ਰੇਟ ਆਫ ਇੰਗਲੈਂਡ ਲੈਸ ਦੈਨ that of birth rate of New Zealand।
ਸੋ ਪੁੱਛਿਆ ਹੈ ਕਿ ਕਿੰਨੇ ਨਾਲ ਜਿਹੜਾ ਬਰਥ ਰੇਟ ਹੈ ਇੰਗਲੈਂਡ ਦਾ ਉਹ ਘੱਟ ਹੈ ਨਿਊਜ਼ੀਲੈਂਡ ਨਾਲੋਂ, ਯਾਨੀ ਕਿ ਨਿਊਜ਼ੀਲੈਂਡ ਦਾ ਬਰਥ ਰੇਟ ਹੈ ਜਿਹੜਾ ਉਹ ਜ਼ਿਆਦਾ ਹੈ, ਠੀਕ ਹੈ, ਮਾਈਨਸ ਬਰਥ ਰੇਟ ਆਫ ਇੰਗਲੈਂਡ ਕਰਾਂਗੇ, ਉਹ ਤੋਂ ਬਾਅਦ डिवाइड करांगे बर्थ रेट ऑफ न्यूजीलैंड इंटू 100, ठीक है। सो बर्थ रेट न्यूजीलैंड का कितना 30 माइनस इंग्लैंड का 20 डिवाइड बाय 30 इंटू 100, सो कितना आ गया 100/3 दैट इज 33/1/3%। सो आंसर आऊगा बी। उस तो बाद देखो अपने को बार ग्राफ दिता हुआ एक होर ते दे विच आंसर देना है। डिमांड ते प्रोडक्शन दी हुई है टीवीज दी, ठीक है। 5 कंपनीज ने ABCDE, नंबर ऑन द टॉप ऑफ बार इज अ नंबर ऑफ कलर टीवीज। हुण इहदे विच की दिता है कि डिमांड कितनी आई टीवी दी ते प्रोडक्शन कितनी हुई, ठीक है। अपने को एक्स एक्सिस नंबर ऑफ कंपनीज है, वाई एक्सिस नंबर ऑफ कलर टीवीज है। उन्होंने क्या रेशो ऑफ नंबर ऑफ कंपनीज हैविंग मोर डिमांड दैन प्रोडक्शन टू कंपनीज हैविंग मोर प्रोडक्शन दैन डिमांड। अपन ने रेशो करनी है नंबर ऑफ ऐसी कंपनीज दी जिन्ना दी जिहड़ी डिमांड है वो ज़्यादा है प्रोडक्शन नालों, मतलब ऊपर केड़ी कंट्रीज लिखनी है जिन्ना दी डिमांड ज़्यादा है प्रोडक्शन नालों, ते रेशो नीचे केड़ी कंपनीज लिखनियां ने जिन्ना दी प्रोडक्शन ज़्यादा है डिमांड नालों। हुण देखो ऐसी केड़ी कंपनीज है जिन्ना दी डिमांड दी वैल्यू ज़्यादा है प्रोडक्शन नालों। डिमांड केड़ा अपने कोल जिहड़ा डार्क वाला है, सो पहली तो ए होगी, ठीक है। सो इत्थे कॉमा पा के लिख दें ए, दैन बी नीचे वाले च आऊगी क्योंकि उसकी प्रोडक्शन ज़्यादा है डिमांड नालों, दैन सी आ गई, ठीक है। उस तो बाद डी भी नीचे आएगी, दैन ई है जी वो ऊपर आएगी। सो की आ गया 3:2, 3 कंट्रीज हैं तो नीचे 2 हैं, सो आंसर आऊगा 4, ओके। उस तो बाद नेक्स्ट है डिफरेंस बिटवीन एवरेज डिमांड एंड एवरेज प्रोडक्शन ऑफ 5 कंपनीज टेकन टुगैदर। एवरेज करनी आपाने डिमांड दी, ਉਹਦੇ ਵਿੱਚੋਂ ਮਾਈਨਸ ਕਰਨਾ ਹੈ ਐਵਰੇਜ ਪ੍ਰੋਡਕਸ਼ਨ ਦਾ। ਹੁਣ ਦੇਖੋ ਡਿਮਾਂਡ ਦੀ ਐਵਰੇਜ ਕਿਵੇਂ ਆਊਗੀ, ਮਤਲਬ ਜਿਹੜੇ ਆਹ ਡਾਰਕ ਵਾਲੇ ਦੇ ਉੱਪਰ ਵੈਲਿਊਜ਼ ਲਿਖੀਆਂ ਹੋਈਆਂ ਉਹ ਸਭ ਨੂੰ ਪਲੱਸ ਕਰਕੇ ਡਿਵਾਈਡ ਕਰਾਂਗੇ ਆਪਾਂ 5 ਦੇ ਨਾਲ, ਠੀਕ ਹੈ। ਸੋ ਅਗਰ ਆਪਾਂ ਡਿਮਾਂਡ ਦੀ ਕੱਢੇ ਕਿੰਨਾ ਹੋਊਗਾ 3300 प्लस 1200 प्लस 3000 प्लस 600 प्लस 2500, ठीक है। 5 ऊपर है 5 नीचे, सो 5 लिखने की जरूरत नहीं है, वैसे लिख सकते हो तुसी, ओके, क्योंकि एवरेज करनी है। तो इन्हों डिवाइड करांगे ना आप 5 नाल, तो इस चो आपां ने माइनस की करना है एवरेज जिहड़ी कि पी दी है। सो एवरेज पी दी कितनी होगी 2200 प्लस 2700 प्लस 1500 प्लस 1800 प्लस, तो हम कितना आ गया ऊपर वाले नू प्लस करोगे 2120 होगा, माइनस इनू करोगे 1840 होगा, इज इक्वल टू कितना आ गया 280, आंसर आ गया। तो आंसर कितना होगा सी। देन नेक्स्ट क्वेश्चन है परसेंटेज ऑफ डिमांड ऑफ कंपनी डी एज कंपेयर टू डिमांड ऑफ कंपनी ई। परसेंटेज करनी है डिमांड ऑफ कंपनी डी दी डिमांड ऑफ कंपनी ई दे नाल। सो देखो सब तो पहला डिमांड कंपनी डी दी कितनी है 600, डिमांड कंपनी ई दी कितनी है 2500, ठीक है, इंटू 100 कर लो क्योंकि परसेंटेज है, 24 आ गया ना, आंसर आऊगा बी। रेशो ऑफ डिमांड, रेशो ऑफ एवरेज डिमांड टू एवरेज प्रोडक्शन ऑफ कंपनीज बी एंड डी। देखो बी है, रेशो करनी है एवरेज डिमांड टू एवरेज प्रोडक्शन ऑफ कंपनीज बी एंड डी। हुण आपां ने इहदे विच रेशो की करनी है डिमांड लैनी है बी दी, ਉਹਦੇ ਵਿੱਚ प्लस करांगे डिमांड डी दी डिवाइड बाय प्रोडक्शन बी दी प्लस प्रोडक्शन ऑफ डी। सो डिमांड बी दी कितनी आई 1200, डी दी कितनी आऊगी 600, डिवाइड करांगे प्रोडक्शन बी दी 2700 प्लस यदि 1800। सो कितने आया 1800 डिवाइड बाय, सो इन्हों कट करो 0 नाल 0 गई, सो 9 2 18 9 5 45, सो 2:5 आंसर आएगा। और तो बाद नेक्स्ट है रेशो ऑफ डिमांड एंड प्रोडक्शन इज मैक्सिमम इन फैक्ट्री। जी रेशो है डिमांड ते प्रोडक्शन की वो सब तो वध केड़ी फैक्ट्री च है। देखो सब तो पहला अगर आप ई लई कढ़ीए, ई लई की कहिए रेशो कढ़ो डिमांड तो प्रोडक्शन की, ठीक है। इन्होंने हमें लिख लिया करो साइड से ताकि कन्फ्यूजन ना हो। सो ई दी डिमांड कितनी है 2500, प्रोडक्शन कितनी है 1000, सो यदि रेशो कितनी आई अपने को 2.5। दैन सी दी कढ़ो, सी दी कितनी होगी 3000 डिवाइड बाय 1500 2। सो फॉर हुण ए दा किवें कढ़ांगे आपां 3300 डिवाइड बाय 2200 दैट इज 1.5, ठीक है। सो हुण उन्हें पूछा होया ते एवें अगर आपां डी दा कढ़ांगे कितना होगा 600 अपॉन 1800।
ये कड्डण की जरूरत ही नहीं क्योंकि न्यूमीनेटर है जिहड़ा वो छोटा है डिनोमीनेटर नालों, ठीक है। सो ये 0 पॉइंट कितना होगा 1/3, सो 0.3 कुछ आ गया था, सब तो छोटा है। सो हम अपने को की दी मैक्सिमम वैल्यू आई ई दी। सो नेक्स्ट देखो टोटल नंबर ऑफ स्टूडेंट इन्वॉल्वड इन द डाटा इज, ਹੁਣ ਆਪਣੇ ਕੋਲ ਨੈਕਸਟ ਹਿਸਟੋਗ੍ਰਾਮ ਦਿੱਤਾ ਹੋਇਆ, ਠੀਕ ਹੈ, ਨਵੀਂ ਟਾਈਪ ਹੈ ਕੁਐਸਚਨ ਦੀ। ਹੁਣ ਇਹਦੇ ਵਿੱਚ ਪੁੱਛਿਆ ਹੈ ਕਿ ਟੋਟਲ ਨੰਬਰ ਆਫ ਸਟੂਡੈਂਟਸ ਹੈ ਜਿਹੜੇ ਉਹ ਕਿੰਨੇ ਨੇ ਡਾਟਾ ਦੇ ਵਿੱਚ। ਹੁਣ ਦੇਖੋ ਆਪਣੇ ਕੋਲ ਜਿਹੜੇ ਇਹ ਦਿੱਤੇ ਹੋਏ ਮਾਰਕਸ ਦਿੱਤੇ ਹੋਏ, ਨੰਬਰ ਆਫ ਸਟੂਡੈਂਟ ਦਿੱਤੇ ਹੋਏ, ਇਹ ਕਿੰਨਾ ਹੋ ਗਿਆ 4, ਇਹ ਕਿੰਨਾ ਹੋ ਗਿਆ 6, ਠੀਕ ਹੈ। ਇੱਥੇ ਕਿੰਨਾ ਹੋ ਗਿਆ ਆਪਣੇ ਕੋਲ 10, ਦੈਨ ਇਹ ਹੋ ਗਈ ਵੈਲਿਊ 8 ਤੇ ਆਹ ਵਾਲੀ ਵੈਲਿਊ ਹੋ ਗਈ ਆਪਣੇ ਕੋਲ 5, ਠੀਕ ਹੈ। ਸੋ ਹੁਣ ਆਪਾਂ ਕਿਵੇਂ ਕੱਢਾਂਗੇ ਟੋਟਲ ਸਟੂਡੈਂਟਸ, ਇਹਨੂੰ ਪਲੱਸ ਕਰ ਦੋ 4 + 6 + 10 + 8 + 5 ਕਿੰਨਾ ਹੋ ਗਿਆ 33। ਦੈਨ ਨੈਕਸਟ ਦੇਖੋ ਮੈਕਸਿਮਮ ਨੰਬਰ ਆਫ ਸਟੂਡੈਂਟ ਗॉट द ਮਾਰਕਸ ਇਨ ਦ ਇੰਟਰਵਲ। ਸੋ ਆਪਾਂ ਨੇ ਦੱਸਣਾ ਵੀ ਕਿਹੜੀ ਰੇਂਜ ਹੈ ਮਾਰਕਸ ਦੀ ਜਿਹਦੇ ਵਿੱਚ ਮੈਕਸਿਮਮ ਨੰਬਰ ਆਫ ਸਟੂਡੈਂਟਸ ਦੇ ਮਾਰਕਸ ਆਏ ਆ। ਸੋ ਦੇਖੋ ਸਭ ਤੋਂ ਉੱਪਰ ਕਿਹੜਾ ਹੈ, ਇਹ ਵਾਲਾ ਹੈ ਨਾ, ਸੋ 10 ਹੈ ਇਹਦਾ ਆਨਸਰ। ਸੋ ਇਹ ਕਿਹੜੇ ਇੰਟਰਵਲ 'ਚ ਹੈ 20 to 30, ਯਾਨੀ ਕਿ ਇਹਦਾ ਆਨਸਰ ਕੀ ਹੋਊਗਾ ਬੀ। ਉਹ ਤੋਂ ਬਾਅਦ ਨੈਕਸਟ ਹੈ ਦ ਲੀਸਟ ਨੰਬਰ ਆਫ ਸਟੂਡੈਂਟਸ ਗॉट द ਮਾਰਕਸ ਇਨ ਇੰਟਰਵਲ। ਸੋ ਸਭ ਤੋਂ ਘੱਟ ਕਿਹਦੇ ਵਿੱਚ ਆਏ ਆ 0 to 10 ਦੇ ਵਿੱਚ, ਠੀਕ ਹੈ। ਸੋ ਆਨਸਰ ਡੀ ਆਊਗਾ। ਉਹ ਤੋਂ ਬਾਅਦ ਨੈਕਸਟ ਰੇਸ਼ੋ ਆਫ ਸਟੂਡੈਂਟ ਆਬਟੇਨ ਮਾਰਕਸ ਇਨ ਫਸਟ ਐਂਡ ਲਾਸਟ ਇੰਟਰਵਲ। ਸੋ ਫਸਟ ਇੰਟਰਵਲ ਕਿਹੜਾ ਹੋਇਆ ਆਪਣੇ ਕੋਲ 0 to 10 ਦਾ ਤੇ ਲਾਸਟ ਹੋਇਆ 40 to 50 ਦਾ। ਸੋ 0 to 10 ਦੇ ਵਿੱਚ ਕਿੰਨੇ ਆ 4 ਹੈ, 40 to 50 ਦੇ ਵਿੱਚ ਕਿੰਨੇ ਆ 5 ਹੈ। ਸੋ ਰੇਸ਼ੋ ਕਿੰਨੀ ਹੋਊਗੀ 4:5 ਯਾਨੀ ਕਿ ਸੀ। ਉਹ ਤੋਂ ਬਾਅਦ ਨੈਕਸਟ ਹੁਣ ਕੁਐਸਚਨ ਕਰਦੇ ਆ। ਇਹਦੇ ਵਿੱਚ ਆਪਣੇ ਕੋਲ ਟੇਬਲ ਦਿੱਤਾ ਹੋਇਆ ਹੈ, ਈਅਰਲੀ ਪ੍ਰੋਡਕਸ਼ਨ ਦਿੱਤੀ ਹੋਈ ਹੈ ਸਕੂਟਰਸ ਦੀ 1000 ਦੇ ਵਿੱਚ ਡਿਫਰੈਂਟ ਫੈਕਟਰੀਜ਼ ਦੇ ਵਿੱਚ। PQRST ਆਪਣੇ ਕੋਲ ਫੈਕਟਰੀ ਹੈ ਤੇ ਈਅਰ ਦਿੱਤੇ ਹੋਏ ਹੈ ਕਿ ਕਿੰਨੀ ਪ੍ਰੋਡਕਸ਼ਨ ਕੀਤੀ। ਸੋ ਇਹਦੇ ਵਿੱਚ ਪੁੱਛਿਆ ਇਨ ਵਿਚ ਈਅਰ ਦ ਪ੍ਰੋਡਕਸ਼ਨ ਆਫ ਸਕੂਟਰਸ ਆਫ ਆਲ ਦ ਫੈਕਟਰੀਜ਼ was equal to yearly average number of scooter produced during 1985 to 1989। ਕਿਹੜਾ ਈਅਰ ਹੈ ਜਿਹਦੇ ਵਿੱਚ ਪ੍ਰੋਡਕਸ਼ਨ ਹੈ ਜਿਹੜੀ ਸਕੂਟਰਸ ਦੀ ਸਾਰੀ ਫੈਕਟਰੀਜ਼ ਦੇ ਵਿੱਚ ਉਹ ਇਕੁਅਲ ਹੈ ਟੂ ਈਅਰਲੀ ਐਵਰੇਜ ਨੰਬਰ ਆਫ ਸਕੂਟਰ ਜੋ ਪ੍ਰੋਡਿਊਸ ਹੋਇਆ 1985 ਤੋਂ ਲੈ ਕੇ 1989 ਦੇ ਵਿੱਚ। ਓਕੇ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਕੱਢਾਂਗੇ ਐਵਰੇਜ ਨੰਬਰ ਆਫ ਸਕੂਟਰ ਜਿਹੜੇ ਪ੍ਰੋਡਿਊਸ ਹੋਏ ਆ ਕਿੰਨੇ ਹੋਏ ਆ, ਮਤਲਬ ਟੋਟਲ ਐਵਰੇਜ ਕਿੰਨੀ ਲਵਾਂਗੇ 115 + 108 + 149 102 101 ਡਿਵਾਈਡ ਕਰਾਂਗੇ ਇਹਨੂੰ 5 ਨਾਲ। ਸੋ ਕਿੰਨਾ ਆ ਗਿਆ 115, ਠੀਕ ਹੈ। ਹੁਣ ਕਿਹੜੇ ਈਅਰ ਦੇ ਵਿੱਚ ਜਿਹੜੇ ਪ੍ਰੋਡਕਸ਼ਨ ਹੈ ਸਕੂਟਰਸ ਦੇ ਉਹ ਇਕੁਅਲ ਹੈ ਟੂ ਈਅਰਲੀ ਐਵਰੇਜ। ਹੁਣ ਦੇਖੋ ਕਿਹਦੇ ਵਿੱਚ ਇਕੁਅਲ ਹੈ, ਇਹਦੇ ਵਿੱਚ ਇਕੁਅਲ ਹੈ ਨਾ 1985 ਦੇ ਵਿੱਚ ਐਵਰੇਜ ਦੇ। ਸੋ ਆਨਸਰ ਕਿੰਨਾ ਹੋਊਗਾ ਏ। ਦੈਨ ਨੈਕਸਟ ਦੇਖੋ ਕਿਹੜੀ ਫੈਕਟਰੀ ਹੈ ਜਿਹੜੀ ਕਿ ਸ਼ੋ ਕਰ ਰਹੀ ਹੈ 25% ਦਾ ਡਿਕਰੀਜ਼ ਇਨ ਪ੍ਰੋਡਕਸ਼ਨ ਆਫ ਸਕੂਟਰ ਇਨ 1989 ਐਸ ਕੰਪੇਅਰ ਟੂ 1980। ਹੁਣ 1989 ਤੇ 1988 ਦੇ ਵਿੱਚ ਦੇਖਣਾ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਡਿਕਰੀਜ਼ ਦੇਖਾਂਗੇ ਕਿਹਦੇ ਵਿੱਚ ਹੋ ਰਿਹਾ 13 to 17, ਠੀਕ ਹੈ, ਪੀ ਦੇ ਵਿੱਚ। ਉਹ ਤੋਂ ਬਾਅਦ 20 to 15 ਕਿਊ ਦੇ ਵਿੱਚ। ਦੈਨ 16 to 12 12 to 22 41 to 35। ਹੁਣ ਦੇਖੋ 25% ਦਾ ਡਿਫਰੈਂਸ ਕਿੰਨਾ ਵਿੱਚ ਆ ਰਿਹਾ ਅਗਰ ਆਪਾਂ ਕਿਊ ਤੇ ਆਰ ਨੂੰ ਦੇਖੀਏ। ਹੁਣ ਸਭ ਤੋਂ ਪਹਿਲਾਂ ਦੇਖੋ ਅਗਰ ਆਪਾਂ ਇਹਦੇ ਵਿੱਚ ਕਿਊ ਤੋਂ ਸਟਾਰਟ ਕਰਦੇ ਹਾਂ, ਕਿਊ ਨੂੰ ਦੇਖੀਏ ਕਿਉਂਕਿ ਇੱਥੇ ਥਰਡ ਆਪਸ਼ਨ 'ਚ ਕਿਊ ਤੇ ਆ ਰਿਹਾ ਤੇ ਕਿਊ ਦਾ 25% ਕੱਢਣਾ ਈਜ਼ੀ ਹੈ। ਸੋ ਮੈਂ ਥਰਡ ਆਪਸ਼ਨ ਤੋਂ ਦੇਖਦੀ ਹਾਂ। ਸੋ ਹੁਣ ਇਹਦਾ 25% ਲੋ 20 ਦਾ ਕਿੰਨਾ ਹੋਊਗਾ 5, ਠੀਕ ਹੈ। ਸੋ ਮਤਲਬ ਹੁਣ डिक्रीज होना चाहिए 25% ना 20 सी 20 चो 5 माइनस करांगे 15 यानी कि इस च हो रहा है। सो हुण आर दा चेक करते हैं, आर दा कित्थे आ वाला 16 दा 25% लो 4, सो कितना आ 4, ठीक है। 16 चो 4 माइनस किते 12। सो यानी कि क्यू ते आर ऐसी वैल्यूज हैं जिहदा जिहड़ा 1988 च प्रोडक्शन है ओह वध है 1989 तो 25%, ठीक है। या फिर आप कह सकते 1989 की 25% घट है 1988 तो। उस तो बाद नैक्सट है रेशो ऑफ प्रोडक्शन ऑफ स्कूटर बाय फैक्ट्री पी टू दैट बाय फैक्ट्री टी इन 1985। 1985 च देखो रेशो ऑफ प्रोडक्शन ऑफ स्कूटर बाय फैक्ट्री पी टू फैक्ट्री टी। सो यदि रेशो कितनी आऊगी 1:2। सो आंसर आया बी। उस तो बाद नैक्सट है ऐसा केड़ा ईयर है जिहदे विच टोटल प्रोडक्शन स्कूटर की मैक्सीमम है। सो टोटल प्रोडक्शन स्कूटर की मैक्सीमम किहदे विच तुहानूं नज़र आ रही है, इहदा आंसर आऊगा अपने कोल 1987 कितनी है 149 है ना। सो आंसर कितना आऊगा सी, सॉरी, ठीक है। उस तो बाद
ऐसा केड़ा ईयर है जिहदे विच टोटल प्रोडक्शन स्कूटर्स दा सारी फैक्ट्रीज दा 20% है टोटल प्रोडक्शन ऑफ स्कूटर ड्यूरिंग 1985 टू 1989। ठीक है, सो हुण केड़ा ईयर है जिहदे विच 20% आ रहा है। सब तो पहला आपां देखांगे इहदे विच कि टोटल कितना बनदा है। सो टोटल काट दो, यानी कि 115 प्लस 108 149 102 101। सो इहदा टोटल कड्ढिया कितना आ गया 575। केड़े ईयर दा ਜਿਹੜਾ प्रोडक्शन है वो 20% है टू टोटल प्रोडक्शन। सो आप लै लैने कि कोई एक्स ईयर है, ठीक है, ओदा किन्ना 20% है टू ये। सो इहदा 20% फाइंड करो, किन्ना आया 115। हुण देखो 115 किहदा आ रहा है टोटल 1985 दा आ रहा, सो यानी कि इहदा 20% है टोटल दे। सो आंसर क्या होगा बी। ठीक है।